Attention Outlook। ਗੁਰਬਾਣੀ ਦੇ ਨਾਲ ਜੁੜੀ ਹੋਈ ਸਾਰੀ ਹੀ ਸਾਧ ਸੰਗਤ ਇਹ ਭਲੀ ਭਾਂਤ ਜਾਣਦੀ ਹੈ ਕਿ ਉਹ ਪ੍ਰਮਾਤਮਾ ਕਿੱਡਾ ਵਿਸ਼ਾਲ ਤੇ ਕਿੱਡਾ ਤਾਕਤਵਰ ਹੈ। ਉਸ ਪ੍ਰਮਾਤਮਾ ਦੀ ਇੱਕ ਅਜਿਹੀ ਹੀ ਤਾਕਤ ਦੇ ਬਾਰੇ ਵਿੱਚ ਗੁਰੂ ਅਰਜਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 409ਵੇਂ ਅੰਗ ਦੀ ਬਾਣੀ ਦੇ ਵਿੱਚ ਗੱਲ ਕਰਦੇ ਨੇ। ਇਸ ਤੋਂ ਇਲਾਵਾ ਸਹਿਜ ਅਵਸਥਾ ਵੱਲ ਜਾਣ ਦੇ ਲਈ ਸਾਨੂੰ ਪ੍ਰੇਰਨਾ ਦਿੰਦੇ ਨੇ, ਗੁਰੂ ਦੇ ਲੜ ਲੱਗਣ ਦੇ ਲਈ ਸਾਨੂੰ ਪ੍ਰੇਰਿਤ ਕਰਦੇ ਨੇ। ਵੀਡੀਓ ਚੰਗੀ ਲੱਗੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ। ਆਓ ਸ਼ੁਰੂ ਕਰਦੇ ਹਾਂ ਅੱਜ ਦੇ ਅੰਗ ਦੀ ਬਾਣੀ ਦੀ ਵਿਆਖਿਆ। ਆਸਾ ਮਹਿਲਾ ਪੰਜਵਾਂ। ਹਰਖ ਸੋਗ ਬੈਰਾਗ ਆਨੰਦੀ ਖੇਲ ਰੀਦ ਖਾਇਓ ਰਹਾਓ। ਹੇ ਸਹੇਲੀ, ਹੇ ਸਤ ਸੰਗੀ, ਆਨੰਦ ਰੂਪ ਪਰਮਾਤਮਾ ਨੇ ਮੈਨੂੰ ਇਹ ਜਗਤ ਤਮਾਸ਼ਾ ਵਿਖਾ ਦਿੱਤਾ ਹੈ। ਇਸ ਜਗਤ ਦੇ ਤਮਾਸ਼ੇ ਦੀ ਅਸਲੀਅਤ ਮੈਨੂੰ ਦਿਖਾ ਦਿੱਤੀ ਹੈ। ਇੱਥੇ ਕਿਤੇ ਖੁਸ਼ੀ ਹੈ, ਕਿਤੇ ਗਮੀ ਹੈ, ਕਿਤੇ ਬੈਰਾਗ ਹੈ। ਇੱਕ ਹੀ ਸਮੇਂ 'ਤੇ ਇਹ ਗੱਲ ਧਿਆਨ ਦੇਣ ਯੋਗ ਹੈ, ਇੱਕ ਹੀ ਸਮੇਂ 'ਤੇ ਇਸ ਜਗਤ ਦੇ ਵਿੱਚ ਕਿਤੇ ਖੁਸ਼ੀਆਂ ਦਾ ਮਾਹੌਲ ਹੈ, ਕਿਤੇ ਗਮ ਦਾ ਮਾਹੌਲ ਹੈ, ਕਿਤੇ ਬੈਰਾਗ ਪਿਆ ਹੋਇਆ ਹੈ। ਖਿਨਹੂ ਭੈ ਨਿਰਭੈ ਖਿਨਹੂ ਖਿਨਹੂ ਉੱਠ ਧਾਇ। ਪ੍ਰਮਾਤਮਾ ਇਸ ਜਗਤ ਤਮਾਸ਼ੇ ਵਿੱਚ ਇੱਕ ਪਲ ਦੇ ਵਿੱਚ ਤੇ ਕਿਸੇ ਨੂੰ ਡਰਾ ਦਿੰਦਾ ਹੈ। ਕੋਈ ਮਨੁੱਖ ਹੈ, ਇੱਕ ਪਲ ਉਹ ਡਰਿਆ ਹੋਇਆ ਹੈ, ਅਨੇਕਾਂ ਹੀ ਡਰਾਂ ਨੇ ਉਹਨੂੰ ਘੇਰਾ ਪਾਇਆ ਹੋਇਆ ਹੈ। ਖਿਨਹੂ ਭੈ ਨਿਰਭੈ, ਤੇ ਇੱਕ ਪਲ ਦੇ ਵਿੱਚ ਉਹ ਨਿਰਭੈ ਵੀ ਹੋ ਜਾਂਦਾ ਹੈ, ਨਿਡਰ ਵੀ ਹੋ ਜਾਂਦਾ ਹੈ। ਖਿਨਹੂ ਉੱਠ ਧਾਇਓ, ਤੇ ਇੱਕ ਪਲ ਦੇ ਵਿੱਚ ਹੀ ਕੋਈ ਮਨੁੱਖ ਦੁਨੀਆ ਦੇ ਪਦਾਰਥਾਂ ਵੱਲ ਉੱਠ ਭੱਜਦਾ ਹੈ। ਖਿਨਹੂ ਰਸ ਭੋਗਨ ਖਿਨਹੂ ਖਿਨਹੂ ਤਜ ਜਾਇਓ। ਕਿਸੇ ਪਲ ਤਾਂ ਸਵਾਦਲੇ ਪਦਾਰਥ ਭੋਗੇ ਜਾ ਰਹੇ ਨੇ ਕਿਸੇ ਮਨੁੱਖ ਦੇ ਦੁਆਰਾ, ਤੇ ਇਹ ਨਹੀਂ ਪਤਾ ਅਗਲੇ ਹੀ ਪਲ ਉਹ ਇਹਨਾਂ ਭੋਗਾਂ ਦਾ ਤਿਆਗ ਕਰ ਦੇਵੇ। ਖਿਨਹੂ ਜੋਗ ਤਾਪ ਬਹੁ ਪੂਜਾ ਖਿਨਹੂ ਪਰਮਾਇਓ। ਇਸ ਜਗਤ ਦੇ ਤਮਾਸ਼ੇ ਵਿੱਚ ਇੱਕ ਪਲ ਜੋਗ ਸਾਧਨ ਕੀਤੇ ਜਾ ਰਹੇ ਨੇ, ਧੂਣੀਆਂ ਤਪਾਈਆਂ ਜਾ ਰਹੀਆਂ ਨੇ, ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਹੋ ਰਹੀ ਹੈ। ਹੋਰ ਭਟਕਣਾ ਭਟਕੀਆਂ ਜਾ ਰਹੀਆਂ ਨੇ, ਮਨੁੱਖ ਭਟਕਣਾ ਦੇ ਵਿੱਚ ਫਸਿਆ ਹੋਇਆ। ਖਿਨਹੂ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ। ਤੇ ਇਹ ਨਹੀਂ ਪਤਾ ਅਗਲੇ ਹੀ ਪਲ ਉਸ ਪ੍ਰਮਾਤਮਾ ਦੀ ਮਿਹਰ ਹੋ ਜਾਵੇ, ਕਿਰਪਾ ਹੋ ਜਾਵੇ, ਤੇ ਉਹ ਮਨੁੱਖ ਜਿਹੜਾ ਦੇਵੀ ਦੇਵਤਿਆਂ ਦੀ ਪੂਜਾ ਯੋਗ ਸਾਧਨਾ ਤਪ ਦੇ ਵਿੱਚ ਲੱਗਿਆ ਹੋਇਆ ਸੀ, ਉਹ ਸਾਧ ਸੰਗਤ ਦੇ ਵਿੱਚ ਮਿਲ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਜਾਵੇ, ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਵੇ। ਇੱਕ ਪਲ ਦੇ ਵਿੱਚ ਜਦੋਂ ਪ੍ਰਮਾਤਮਾ ਕਿਸੇ ਦੀ ਸੋਚ ਬਦਲਣ 'ਤੇ ਆ ਜਾਵੇ, ਕਿਸੇ ਨੂੰ ਸੋਝੀ ਦੇਣ 'ਤੇ ਆ ਜਾਵੇ, ਜਾਂ ਕਿਸੇ ਦੀ ਅਕਲ ਖੋਹਣ 'ਤੇ ਆ ਜਾਵੇ, ਇੱਕ ਪਲ ਦੇ ਵਿੱਚ ਹੀ ਸਭ ਕੁਝ ਕਰ ਦਿੰਦਾ ਹੈ। ਰਾਗ ਆਸਾ ਮਹਿਲਾ ਪੰਜਵਾਂ। ਘਰ 17ਵਾਂ। ਆਸਾ ਵਰੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ। ਗੁਰੂ ਸਾਹਿਬ ਕਹਿੰਦੇ, ਹੇ ਸਖੀ, ਸਦਾ ਪ੍ਰਮਾਤਮਾ ਦਾ ਸਿਮਰਨ ਕਰਦੀ ਰਹੋ, ਗੋਬਿੰਦ ਗੋਬਿੰਦ ਕਰਦੀ ਰਹੋ। ਆਪਣੇ ਮਨ ਦੇ ਵਿੱਚ ਉਸ ਪ੍ਰਮਾਤਮਾ ਦੇ ਪ੍ਰਤੀ ਪਿਆਰ ਬਣਾ। ਗੁਰ ਕਹਿਆ ਸੋ ਚਿੱਤ ਧਰ ਹਾਂ। ਜੋ ਗੁਰੂ ਨੇ ਆਖਿਆ ਹੈ ਉਹਨੂੰ ਆਪਣੇ ਚਿੱਤ ਵਿੱਚ ਵਸਾ। ਅਨਸਿਓ ਤੋਰ ਫੇਰ ਹਾਂ। ਪ੍ਰਮਾਤਮਾ ਨੂੰ ਛੱਡ ਕੇ ਦੂਜਿਆਂ ਦੇ ਨਾਲ ਜੋ ਤੂੰ ਪ੍ਰੀਤ ਜੋੜੀ ਹੋਈ ਹੈ, ਉਸ ਪ੍ਰੀਤ ਨੂੰ ਤੋੜ। ਆਪਣੇ ਮਨ ਨੂੰ ਉਸ ਪਾਸਿਓਂ ਫੇਰ ਪਰਤਾਲ ਹੈ। ਐਸੇ ਲਾਲਨ ਪਾਇਓ ਰੀ ਸਖੀ ਰਹਾਓ। ਗੁਰੂ ਸਾਹਿਬ ਕਹਿੰਦੇ, ਜੇ ਇਹ ਸਭ ਕੁਝ ਕਰੇਂਗੀ, ਇਸ ਤਰ੍ਹਾਂ ਪ੍ਰਮਾਤਮਾ ਨੂੰ ਲੱਭ ਲਏਗੀ। ਪ੍ਰਮਾਤਮਾ ਨੂੰ ਲੱਭਣ ਦਾ ਇਹੀ ਤਰੀਕਾ ਹੈ ਕਿ ਉਹਦਾ ਸਿਮਰਨ ਕਰੋ, ਪ੍ਰਮਾਤਮਾ ਦੇ ਨਾਲ ਪਿਆਰ ਬਣਾਓ, ਗੁਰੂ ਦਾ ਕਿਹਾ ਆਪਣੇ ਚਿੱਤ ਵਿੱਚ ਵਸਾਓ। ਪ੍ਰਮਾਤਮਾ ਤੋਂ ਬਿਨਾਂ ਹੋਰ ਸਾਰੀ ਸ਼ੈ ਦੇ ਨਾਲ ਆਪਣੀ ਪ੍ਰੀਤ ਤੋੜ ਦਿਓ। ਪੰਕਜ ਮੋਹ ਸਰ ਹਾਂ। ਇਹ ਸੰਸਾਰ ਸਮੁੰਦਰ ਮੋਹ ਦਾ ਚਿੱਕੜ ਹੈ। ਪੰਕਜ ਤੋਂ ਭਾਵ ਚਿੱਕੜ। ਇਹ ਜੋ ਸੰਸਾਰ ਹੈ ਮੋਹ ਦੇ
ਚਿੱਕੜ ਦਾ ਸਾਗਰ ਹੈ। ਪੱਗ ਨਹੀਂ ਚੱਲੈ ਹਰ ਹਾਂ। ਤੇ ਮਨੁੱਖ ਇਸ ਮੋਹ ਦੇ ਚਿੱਕੜ ਵਿੱਚ ਫਸਿਆ ਹੋਣ ਕਰਕੇ ਪ੍ਰਮਾਤਮਾ ਵੱਲ ਨੂੰ ਉਹਦਾ ਇੱਕ ਪੈਰ ਵੀ ਨਹੀਂ ਚੱਲਦਾ, ਇੱਕ ਪੈਰ ਵੀ ਉਹ ਪੱਟ ਨਹੀਂ ਪਾਉਂਦਾ। ਗਹਿੜਿਓ ਮੂੜ ਨਰ ਹਾਂ, ਕਿਉਂਕਿ ਉਹ ਮੂਰਖ ਮਨੁੱਖ ਦੇ ਜੋ ਪੈਰ ਨੇ ਇਸ ਸੰਸਾਰ ਸਮੁੰਦਰ ਰੂਪੀ ਚਿੱਕੜ ਦੇ ਵਿੱਚ ਗੱਡੇ ਹੋਏ, ਫਸੇ ਹੋਏ। ਅਨਿਨ ਉਪਾਵ ਕਰ ਹਾਂ, ਤਉ ਨਿਕਸੈ ਸ਼ਰਨ ਪੈਰੀ ਸਖੀ। ਅਨਨ ਤੋਂ ਭਾਵ ਇੱਕ ਹੀ, ਕੇਵਲ ਇੱਕ। ਗੁਰੂ ਸਾਹਿਬ ਹਦਾਇਤ ਕਰਦੇ ਨੇ ਸਤ ਸੰਗੀ ਸਹੇਲੀ ਨੂੰ ਕਿ ਹੇ ਸਖੀ, ਅਨਨ ਉਪਾਵ ਕਰ ਹਾਂ, ਕੇਵਲ ਇੱਕ ਉਪਾਅ ਕਰ, ਕੇਵਲ ਇੱਕ ਉਪਾਅ ਕਰ। ਤੇ ਉਹ ਉਪਾਅ ਹੈ ਪ੍ਰਮਾਤਮਾ ਦੇ ਨਾਮ ਦਾ ਸਿਮਰਨ। ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਪ੍ਰਮਾਤਮਾ ਦੀ ਸ਼ਰਨ ਪੈ ਜਾ, ਤਦੋਂ ਹੀ ਇਸ ਮੋਹ ਦੇ ਚਿੱਕੜ ਵਿੱਚੋਂ ਨਿਕਲ ਸਕੇਗੀ। ਤਉ ਨਿਕਸੈ ਸ਼ਰਨ ਪੈਰੀ ਸਖੀ। ਥਿਰ ਥਿਰ ਚਿੱਤ ਥਿਰ ਹਾਂ, ਆਪਣੇ ਚਿੱਤ ਨੂੰ ਮਾਇਆ ਦੇ ਮੋਹ ਵੱਲੋਂ ਥਿਰ ਕਰ ਲੈ, ਅਡੋਲ ਬਣਾ ਲੈ। ਬਨ ਗ੍ਰਹਿ ਸਮਸਰ ਹਾਂ, ਇੰਨਾ ਕੁ ਅਡੋਲ ਬਣਾ ਲੈ ਕਿ ਤੈਨੂੰ ਘਰ ਵੀ ਤੇ ਜੰਗਲ ਵੀ ਬਰਾਬਰ ਲੱਗਣ ਲੱਗ ਜਾਣ। ਜਾਣੀ ਦੁੱਖ ਵੀ ਸੁੱਖ ਵੀ ਬਰਾਬਰ ਲੱਗਣ ਲੱਗ ਜਾਣ। ਅੰਤਰ ਏਕ ਪਿਰਹਾਂ, ਬਾਹਰ ਅਨੇਕ ਧਰ। ਆਪਣੇ ਅੰਦਰ ਇੱਕ ਪ੍ਰਮਾਤਮਾ ਦੀ ਯਾਦ ਟਿਕਾਈ ਰੱਖ, ਬਾਹਰ ਬੇਸ਼ੱਕ ਤੂੰ ਜਿੰਨੇ ਮਰਜ਼ੀ ਪ੍ਰਕਾਰ ਦੀ ਕਿਰਤ ਕਮਾਈ ਕਰ। ਅਨੇਕ ਧਰ ਤੋਂ ਭਾਵ ਅਨੇਕਾਂ ਪ੍ਰਕਾਰ ਦੀ ਕਿਰਤ ਕਰ, ਕਿ ਬਾਹਰ ਬੇਸ਼ੱਕ ਸਰੀਰਕ ਤੌਰ ਤੇ ਬੇਸ਼ੱਕ 10 ਕੰਮ ਕਰ ਲੈ, ਮਿਹਨਤ ਦੇ ਕੰਮ ਹੋਣ, ਕਿਰਤ ਕਮਾਈ ਹੋਵੇ, ਜਿੰਨੀ ਮਰਜ਼ੀ ਕਰ ਲੈ, ਪਰ ਆਪਣੇ ਅੰਦਰ ਇੱਕ ਹੀ ਪ੍ਰਮਾਤਮਾ ਦੇ ਨਾਲ ਪ੍ਰੀਤ ਜੋੜ ਕੇ ਰੱਖ। ਇਹ ਨਾ ਹੋਵੇ ਕਿ 10 ਕੰਮ ਕਰਦੀ ਹੋਈ ਤੂੰ ਆਪਣੀ ਪ੍ਰੀਤ ਵੀ ਉਹਨਾਂ ਕੰਮਾਂ ਦੇ ਨਾਲ ਹੀ ਜਾਂ ਉਹਨਾਂ ਕੰਮਾਂ ਦੇ ਬਦਲੇ 'ਚ ਮਿਲਣ ਵਾਲੀ ਮਾਇਆ ਦੇ ਨਾਲ ਜੋੜ ਲਵੇਂ। ਪ੍ਰੀਤ ਆਪਣੀ ਉਸ ਪ੍ਰਮਾਤਮਾ ਦੇ ਨਾਲ ਜੋੜ ਕੇ ਰੱਖ, ਬਾਹਰ ਬੇਸ਼ੱਕ ਅਨੇਕਾਂ ਹੀ ਕਾਰਜ ਕਰ। ਅੰਤਰ ਏਕ ਪਿਰਹਾਂ, ਬਾਹਰ ਅਨੇਕ ਧਰਹਾਂ। ਰਾਜਨ ਜੋਗ ਕਰਹਾਂ, ਕਹੋ ਨਾਨਕ ਲੋਗ ਅਲੋਗੀ ਰੀ ਸਖੀ। ਜਦੋਂ ਅਸੀਂ ਅੰਦਰ ਪ੍ਰਮਾਤਮਾ ਨਾਲ ਪ੍ਰੀਤ ਜੋੜੀ ਹੋਵੇ ਤੇ ਬਾਹਰ ਸੰਸਾਰ ਦੇ ਵਿੱਚ ਅਸੀਂ ਕਿਰਤਕਾਰ ਕਰਦੇ ਹੋਈਏ, ਜਿਸ ਪ੍ਰਕਾਰ ਸਾਡੇ ਗੁਰੂ ਸਾਹਿਬਾਨਾਂ ਨੇ ਕੀਤਾ, ਉਹਨਾਂ ਨੇ ਕਿਰਤ ਕਰਨੀ ਨਹੀਂ ਛੱਡੀ। ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਰਾਜ ਵੀ ਕਰ ਰਹੇ ਹੁੰਦੇ ਹਾਂ ਤੇ ਜੋਗ ਵੀ ਕਮਾ ਰਹੇ ਹੁੰਦੇ ਹਾਂ। ਰਾਜਨ ਜੋਗ ਕਰ ਕਹੋ ਨਾਨਕ ਲੋਗ ਅਲੋਗੀ ਰੀ ਸਖੀ। ਲੋਗ ਅਲੋਗੀ ਤੋਂ ਭਾਵ ਸੰਸਾਰ ਤੋਂ ਨਿਰਾਲਾ। ਕਹਿੰਦੇ ਇਹ ਜਿਹੜਾ ਰਸਤਾ ਹੈ ਇਹ ਸੰਸਾਰ ਤੋਂ ਨਿਰਾਲਾ ਹੈ। ਦੋਨੋਂ ਕੁਝ ਕਰਨਾ, ਰਾਜ ਵੀ ਕਮਾਉਣਾ ਤੇ ਜੋਗ ਵੀ ਕਮਾਉਣਾ। ਰਾਜ ਵੀ ਕਰਨਾ, ਜੋਗ ਵੀ ਕਮਾਉਣਾ। ਇਤਿਹਾਸ ਜਾਂ ਵਰਤਮਾਨ ਦੇ ਵਿੱਚ ਝਾਤੀ ਮਾਰਿਆ ਸਾਨੂੰ ਗੁਰੂ ਸਾਹਿਬਾਨਾਂ ਤੋਂ ਇਲਾਵਾ ਹੋਰ ਕੋਈ ਉਦਾਹਰਣ ਇਸ ਦੀ ਦਿਖਦੀ ਨਹੀਂ। ਜਾਂ ਤੇ ਲੋਕ ਰਾਜ ਕਰਦੇ ਆਏ ਨੇ ਜਾਂ ਫਿਰ ਜੋਗ ਕਮਾਉਂਦੇ ਆਏ ਨੇ, ਦੋਨੋਂ ਕੁਝ ਹੀ ਕਿਸੇ ਨੇ ਕੀਤਾ ਹੋਵੇ। ਇਸ ਪ੍ਰਕਾਰ ਦੀਆਂ ਉਦਾਹਰਨਾਂ ਇਤਿਹਾਸ ਦੇ ਵਿੱਚ ਨਾ ਮਾਤਰ ਹਨ। ਆਸਾਵਰੀ ਮਹਿਲਾ ਪੰਜਵਾਂ। ਮਨਸ਼ਾ ਏਕ ਮਾਨ ਹਾਂ, ਗੁਰਸਿਓ ਨੇਤ ਧਿਆਨ ਹਾਂ। ਗੁਰੂ ਸਾਹਿਬ ਕਹਿੰਦੇ, ਹੇ ਮੇਰੇ ਮਨ, ਇੱਕ ਹੀ ਮਨਸ਼ਾ ਪਾ, ਇੱਕ ਹੀ ਇੱਛਾ ਰੱਖ, ਇੱਕ ਹੀ ਤਾਂਘ ਕਰ, ਤੇ ਉਹ ਤਾਂਘ ਪ੍ਰਮਾਤਮਾ ਦੇ ਮਿਲਾਪ ਦੀ ਹੋਵੇ। ਗੁਰਸਿਓ ਨੇਤ ਧਿਆਨ ਹਾਂ, ਗੁਰੂ ਦੇ ਚਰਨਾਂ ਵਿੱਚ ਜੁੜ। ਗੁਰੂ ਦੇ ਚਰਨਾਂ 'ਚ ਜੁੜ ਕੇ ਪ੍ਰਮਾਤਮਾ ਦੇ ਵਿੱਚ ਧਿਆਨ ਧਰ। ਦ੍ਰਿੜ ਸੰਤ ਮੰਤ ਗਿਆਨ ਹਾਂ, ਸੇਵਾ ਗੁਰ ਚਰਾਨ ਹਾਂ। ਸੰਤ ਮੰਤ ਜਾਣੀ ਕਿ ਸੰਤ ਦਾ ਮੰਤਰ, ਗੁਰੂ ਦਾ ਮੰਤਰ, ਗੁਰੂ ਵੱਲੋਂ ਮਿਲਿਆ ਹੋਇਆ ਗਿਆਨ ਆਪਣੇ ਹਿਰਦੇ ਵਿੱਚ ਦ੍ਰਿੜ ਕਰ। ਗੁਰੂ ਚਰਨਾਂ ਵਿੱਚ ਰਹਿ ਕੇ ਸੇਵਾ ਭਗਤੀ ਕਰ। ਤਉ ਮਿਲੀਐ ਗੁਰ ਕਿਰਪਾਨ ਮੇਰੇ ਮਨਾ ਰਹਾਓ। ਜੇ ਤੂੰ ਅਜਿਹਾ ਕਰੇਗਾ ਤਾਂ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਨੂੰ ਮਿਲ ਲਵੇਂਗਾ। ਟੂਟੇ ਅੰਨ ਭਰਾਨ ਹਾਂ, ਰਵਿਓ ਸਰਬ ਥਾਨ ਹਾਂ। ਹੇ ਮੇਰੇ ਮਨ, ਜਦੋਂ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਨੇ ਤਾਂ ਹਰੇਕ ਥਾਂ ਪ੍ਰਮਾਤਮਾ ਵਿਆਪਕ ਦਿਸਦਾ ਹੈ। ਲਹਿਓ ਜਮ ਭਿਆਨ ਹਾਂ, ਪਾਇਓ ਪੇਟ ਥਾਨ ਹਾਂ। ਉਦੋਂ ਡਰਾਉਣੇ ਜਮ ਦਾ ਸਹਿਮ ਲੈ ਜਾਂਦਾ ਹੈ।
ਸੰਸਾਰ ਰੁੱਖ ਦਾ ਮੁੱਢ ਜੋ ਉਹ ਪ੍ਰਮਾਤਮਾ ਹੈ, ਉਹਦੇ ਚਰਨਾਂ ਦੇ ਵਿੱਚ ਟਿਕਾਣਾ ਮਿਲ ਜਾਂਦਾ ਹੈ। ਤਉ ਚੂਕੀ ਸਗਲ ਕਾਨ, ਜਦੋਂ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਮਿਲ ਜਾਏ ਤਾਂ ਹੋਰ ਬਾਕੀ ਹਰ ਪ੍ਰਕਾਰ ਦੀ ਜੋ ਮੁਥਾਜੀ ਹੈ ਉਹ ਮੁੱਕ ਜਾਂਦੀ ਹੈ, ਲੈ ਜਾਂਦੀ ਹੈ। ਕਿਸੇ ਦੇ ਅਸੀਂ ਮੁਥਾਜ ਨਹੀਂ ਰਹਿ ਜਾਂਦੇ। ਲਹਿਣੋ ਜਿਸ ਮਥਾਨ ਹਾਂ, ਲਹਿਣੋ ਤੋਂ ਭਾਗ ਕਿ ਜਿਹਦੇ ਮੱਥੇ ਉੱਪਰ ਚੰਗੇ ਭਾਗ ਜਾਗਦੇ ਨੇ। ਭੈ ਪਾਵਕ ਪਾਰ ਪ੍ਰਾਨ ਹਾਂ, ਉਹ ਵਿਕਾਰਾਂ ਦੀ ਅੱਗ ਦੇ ਖਤਰੇ ਤੋਂ ਪਾਰ ਲੰਘ ਜਾਂਦਾ ਹੈ। ਨਿਜ ਘਰ ਤਿਸ ਹੈ ਥਾਨ ਹਾਂ, ਹਰ ਰਸ ਰਸ ਹੈ ਮਾਨ ਹਾਂ, ਉਹ ਆਪਣੇ ਅਸਲ ਘਰ ਪ੍ਰਮਾਤਮਾ ਦੇ ਚਰਨਾਂ ਵਿੱਚ ਥਾਂ ਹਾਸਲ ਕਰ ਲੈਂਦਾ ਹੈ। ਸਾਰੇ ਰਸਾਂ ਦੇ ਵਿੱਚ ਸ੍ਰੇਸ਼ਟ ਰਸ ਹਰੀ ਨਾਮ ਰਸ ਨੂੰ ਉਹ ਸਦਾ ਮਾਣਦਾ ਹੈ। ਲਾਥੀ ਤਿਸ ਭੁਖਾਨ ਹਾਂ, ਉਹਦੀ ਭੁੱਖ ਲੱਥ ਜਾਂਦੀ ਹੈ, ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਨਾਨਕ ਸਹਿਜ ਸਮਾਇਓ ਰੇ ਮਨਾ, ਹੇ ਨਾਨਕ ਉਹ ਸਦਾ ਆਤਮਕ ਅਡੋਲਤਾ ਦੇ ਵਿੱਚ ਲੀਨ ਰਹਿੰਦਾ ਹੈ। ਆਸਾਵਰੀ ਮਹਿਲਾ ਪੰਜਵਾਂ। ਹਰ 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 ਗੁਨੀ ਹਾਂ, ਜਪੀਐ ਸਹਿਜ ਧੁਨੀ ਹਾਂ, ਉਹ ਪ੍ਰਮਾਤਮਾ ਜੋ ਗੁਣਾਂ ਦੇ ਨਾਲ ਭਰਪੂਰ ਹੈ। ਇਹ ਮੇਰੇ ਮਨ ਆਤਮਕ ਅਡੋਲਤਾ ਦੀ ਲਹਿਰ ਦੇ ਵਿੱਚ ਲੀਨ ਹੋ ਕੇ ਸਹਿਜ ਧੁਨੀ ਯਾਨੀ ਆਤਮਕ ਅਡੋਲਤਾ ਦੀ ਲਹਿਰ ਦੇ ਵਿੱਚ ਲੀਨ ਹੋ ਕੇ ਜਪੀਐ, ਉਸ ਪ੍ਰਮਾਤਮਾ ਦਾ ਨਾਮ ਸਦਾ ਜਪਣਾ ਚਾਹੀਦਾ ਹੈ। ਉਹ ਪ੍ਰਮਾਤਮਾ ਜੋ ਹਰ 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 ਗੁਣੀ ਹਾਂ, ਗੁਣਾਂ ਦੇ ਨਾਲ ਭਰਪੂਰ ਹੈ। ਸਾਧੂ ਰਸਨ ਭਨੀ ਹਾਂ, ਛੂਟਨ ਵਿਦ ਸੁਨੀ ਹਾਂ, ਗੁਰੂ ਦੀ ਸ਼ਰਨ ਪੈ ਕੇ ਆਪਣੀ ਰਸਨਾ ਆਪਣੀ ਜੀਵ ਦੇ ਨਾਲ ਪ੍ਰਮਾਤਮਾ ਦੇ ਗੁਣ ਉਚਾਰ। ਇਹ ਮੇਰੇ ਮਨ ਸੁਣ, ਇਹੀ ਹੈ ਵਿਕਾਰਾਂ ਤੋਂ ਬਚਣ ਦਾ ਤਰੀਕਾ। ਪਾਈਐ ਵੱਡ ਪੁੰਨੀ ਮੇਰੇ ਮਨਾ ਰਹਾਓ, ਤੇ ਇਹ ਜਿਹੜਾ ਤਰੀਕਾ ਹੈ ਵੱਡੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਖੋਜੈ ਜਨ ਮੁਨੀ ਹਾਂ, ਸਰਬ ਕਾ ਪ੍ਰਭ ਧਨੀ ਹਾਂ, ਇਹ ਮੇਰੇ ਮਨ ਸਾਰੇ ਰਿਸ਼ੀ ਮੁਨੀ ਉਸ ਪ੍ਰਮਾਤਮਾ ਨੂੰ ਖੋਜਦੇ ਆ ਰਹੇ ਨੇ ਜਿਹੜਾ ਸਾਰੇ ਜੀਵਾਂ ਦਾ ਮਾਲਕ ਹੈ। ਦੁਰਲਭ ਕਲ ਦੁਨੀ ਹਾਂ, ਇਸ ਮਾਇਆ ਵਿਹੜੇ ਦੁਨੀਆ ਦੇ ਵਿੱਚੋਂ ਉਸ ਪ੍ਰਮਾਤਮਾ ਨੂੰ ਲੱਭਣਾ ਔਖਾ ਹੈ। ਦੁਖ ਵਿਨਾਸ਼ਨੀ ਹਾਂ, ਪ੍ਰਭ ਪੂਰਨ ਆਸਨੀ ਮੇਰੇ ਮਨ, ਉਹ ਪ੍ਰਮਾਤਮਾ ਦੁੱਖਾਂ ਦਾ ਵਿਨਾਸ਼ ਕਰਨ ਵਾਲਾ, ਨਾਸ਼ ਕਰਨ ਵਾਲਾ ਹੈ, ਸਾਰਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਮਨ ਸੋ ਸੇਵੀਐ ਹਾਂ, ਅਲਖ ਅਭੇਵੀਐ ਹਾਂ, ਇਹ ਮੇਰੇ ਮਨ ਉਸ ਪ੍ਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ ਜਿਹਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ, ਜਿਹਦਾ ਭੇਦ ਪਾਇਆ ਨਹੀਂ ਜਾ ਸਕਦਾ। ਤਾਸਿਓ ਪ੍ਰੀਤ ਕਰ ਹਾਂ, ਇਹ ਮੇਰੇ ਮਨ ਉਸ ਪ੍ਰਮਾਤਮਾ ਦੇ ਨਾਲ ਆਪਣੀ ਪ੍ਰੀਤ ਜੋੜ, ਉਹਨੂੰ ਪਿਆਰ ਕਰ। ਬਿਨਸ ਨਾ ਜਾਏ ਮਰ ਹਾਂ, ਉਹ ਪ੍ਰਮਾਤਮਾ ਜਿਹੜਾ ਕਦੇ ਨਾਸ ਨਹੀਂ ਹੁੰਦਾ, ਜਿਹੜਾ ਨਾ ਜੰਮਦਾ ਤੇ ਨਾ ਹੀ ਮਰਦਾ। ਗੁਰ ਤੇ ਜਾਣਿਆ ਹਾਂ, ਨਾਨਕ ਮਨ ਮਾਨਿਆ ਮੇਰੇ ਮਨਾ, ਇਹ ਨਾਨਕ ਆਖ, ਇਹ ਮੇਰੇ ਮਨ ਜਿਸ ਮਨੁੱਖ ਨੇ ਗੁਰੂ ਦੇ ਰਾਹੀਂ ਉਸ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਸ ਦਾ ਮਨ ਸਦਾ ਉਸ ਪ੍ਰਮਾਤਮਾ ਦੀ ਯਾਦ ਵਿੱਚ ਗਿੱਝ ਜਾਂਦਾ ਹੈ। ਇਹ ਤਾਕਤ ਹੈ ਉਸ ਪ੍ਰਮਾਤਮਾ ਦੀ ਕਿ ਉਹ ਇੱਕ ਪਲ ਦੇ ਵਿੱਚ ਹੀ ਸਭ ਕੁਝ ਬਦਲ ਕੇ ਰੱਖ ਦਿੰਦਾ। ਖੁਸ਼ਹਾਲ ਜ਼ਿੰਦਗੀ ਚੱਲ ਰਹੀ ਹੈ, ਇੱਕ ਪਲ ਲੱਗਦਾ ਹੈ ਉਸ ਜ਼ਿੰਦਗੀ ਨੂੰ ਖੁਸ਼ਹਾਲ ਤੋਂ ਦੁੱਖਾਂ ਦੇ ਵਿੱਚ ਘਿਰਣ ਦੇ ਲਈ। ਕੁਦਰਤੀ ਆਫਤਾਂ ਵੀ ਆ ਜਾਂਦੀਆਂ ਨੇ, ਇੱਕ ਪਲ ਦੇ ਵਿੱਚ ਆ ਜਾਂਦੀਆਂ। ਤੁਰਿਆ ਫਿਰਦਾ ਇਨਸਾਨ ਇੱਕ ਪਲ ਦੇ ਵਿੱਚ ਮਰ ਜਾਂਦਾ ਹੈ। ਵਿਕਾਰਾਂ ਦੇ ਵਿੱਚ ਡੁੱਬੇ ਹੋਏ ਇਨਸਾਨ ਨੂੰ ਕਦੇ ਸੋਝੀ ਆਉਂਦੀ ਹੈ, ਇੱਕ ਪਲ ਵਿੱਚ ਹੀ ਆ ਜਾਂਦੀ ਹੈ। ਪਹਿਲਾਂ ਬਥੇਰੇ ਲੋਕ ਉਹਨੂੰ ਸਮਝਾਉਂਦੇ ਰਹਿੰਦੇ ਨੇ ਪਰ ਉਹਦੇ ਗੱਲ ਖਾਨੇ ਦੇ ਵਿੱਚ ਨਹੀਂ ਪੈਂਦੀ। ਇਹ ਤਾਕਤ ਹੈ ਉਸ ਪਰਮਾਤਮਾ ਦੀ। ਇਸ ਤਾਕਤ ਨੂੰ ਅਸੀਂ ਪਛਾਣੀਏ, ਇਸ ਤਾਕਤ ਨੂੰ ਅਸੀਂ ਪ੍ਰੇਮ ਕਰੀਏ। ਉਹ ਪਰਮਾਤਮਾ ਗੁਣਾਂ ਦੇ ਨਾਲ ਭਰਪੂਰ ਹੈ, ਉਹਦਾ ਸਰੂਪ ਤੇ ਦੱਸਿਆ ਨਹੀਂ ਜਾ ਸਕਦਾ, ਉਹਦਾ ਭੇਤ ਵੀ ਪਾਇਆ ਨਹੀਂ ਜਾ ਸਕਦਾ, ਪਰ ਅਸੀਂ ਉਸ ਪਰਮਾਤਮਾ ਦਾ ਸਿਮਰਨ ਕਰ ਸਕਦੇ ਹਾਂ। ਆਪਣੇ ਦਿਲ ਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਪ੍ਰੇਮ ਜਗਾ ਸਕਦੇ ਹਾਂ ਜੇ ਉਹਦੀ ਸਾਡੇ 'ਤੇ ਕਿਰਪਾ ਹੋਏ, ਜੇ ਸਾਡੇ ਚੰਗੇ ਭਾਗ ਜਾਗ ਪੈਣ। ਹੇ ਪ੍ਰਮਾਤਮਾ, ਤੇਰੇ ਅੱਗੇ ਸਾਡੀ ਅਰਦਾਸ ਹੈ, ਸਾਡੇ ਨਿਮਾਣਿਆਂ 'ਤੇ ਕਿਰਪਾ ਕਰ, ਸਾਡਾ ਪ੍ਰੇਮ ਤੇਰੇ ਵਿੱਚ ਇੰਝ ਹੀ ਬਣਿਆ ਰਵੇ ਤੇ ਹੌਲੀ ਹੌਲੀ ਅਸੀਂ
ਸਹਿਜ ਅਵਸਥਾ ਨੂੰ ਹਾਸਲ ਕਰਦੇ ਜਾਈਏ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।